सत श्री अकाल। कैनेडा बुलेटिन देख रहे सारे दर्शकों का बहुत बहुत स्वागत। मैं रचना सेवक, तुसीं वेख रहे हो टीवी पंजाब। सब तो पहला नजर पाउने आ हुण तक दीआं मुख खबरां ते। विदेशी दखलअंदाजी बारे जांच कमीशन अगे पेश होणगे ट्रूडो। जांच दी कार्रवाई बुधवार तो शुरू होके 10 अप्रैल तक चलेगी। कैनेडा च भारती मकान मालक मुड़ सड़कां ते उतरे। रेजिडेंशियल रेंटल लाइसेंसिंग प्रोग्राम का विरोध। बैंक ऑफ कैनेडा नूं इस साल ब्याज दरां विच कटौती दी उम्मीद। बैंक वल्लों ब्याज दरां बारे अगला ऐलान 10 अप्रैल नूं होवेगा। अते फ्रांसीसी सैनेट ने ईयू अते कैनेडा विचकार वपारक सौदा कीता रद्द। सौदे नूं रद्द करन दे पक्ष विच 211 अते विरोध विच 44 वोटां पईआं। ते हुण खबरां विस्तार नाल। प्रधान मंत्री जस्टिन ट्रूडो अगले कुछ हफ्तिਆਂ ਵਿੱਚ ਕੈਨੇਡੀਅਨ ਚੋਣਾਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣਗੇ। ਜਾਂਚ ਕਮਿਸ਼ਨ ਦੀ ਕਾਰਵਾਈ ਅਗਲੇ ਬੁੱਧਵਾਰ ਤੋਂ ਦੁਬਾਰਾ ਸ਼ੁਰੂ ਹੋਵੇਗੀ ਅਤੇ 10 ਅਪ੍ਰੈਲ ਤੱਕ ਚੱਲੇਗੀ। ਇਸ ਕਾਰਵਾਈ ਦੌਰਾਨ ਵੱਖ-ਵੱਖ ਤਰੀਕਾਂ ਤੇ 40 ਗਵਾਹ ਕਮਿਸ਼ਨ ਅੱਗੇ ਹਾਜ਼ਰ ਹੋਣਗੇ। ਪਿਛਲੇ ਸਾਲ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਚੀਨ ਨੇ 2019 ਅਤੇ 2021 ਦੀਆਂ ਫੈਡਰਲ ਚੋਣਾਂ ਵਿੱਚ ਦਖਲਅੰਦਾਜ਼ੀ ਕੀਤੀ ਸੀ। ਜਾਂਚ ਕਮਿਸ਼ਨਰ ਮੈਰੀ ਹੌਗ ਅਤੇ ਉਹਨਾਂ ਦੀ ਟੀਮ ਇਸ ਨੁਕਤੇ ਦੀ ਵੀ ਪੜਚੋਲ ਕਰ ਰਹੀ ਹੈ ਕਿ ਸਰਕਾਰ ਨੂੰ ਦਖਲਅੰਦਾਜ਼ੀ ਦੇ ਦਾਅਵਿਆਂ ਬਾਰੇ ਕਿੰਨਾ ਕੁ ਪਤਾ ਸੀ। ਕਮਿਸ਼ਨ ਨੇ ਕਿਹਾ ਕਿ ਉਹ ਦਰਜਨਾਂ ਵਿਅਕਤੀਆਂ ਅਤੇ ਏਜੰਸੀਆਂ ਦੀ ਸੁਣਵਾਈ ਕਰੇਗਾ ਜਿਸ ਵਿੱਚ ਡਾਇਸਪੋਰਾ ਕਮਿਊਨਿਟੀਆਂ ਦੇ ਮੈਂਬਰ, ਮੌਜੂਦਾ ਅਤੇ ਸਾਬਕਾ ਚੁਣੇ ਗਏ ਅਧਿਕਾਰੀ, ਸਿਆਸੀ ਪਾਰਟੀਆਂ ਦੇ ਨੁਮਾਇੰਦੇ, ਇਲੈਕਸ਼ਨਸ ਕੈਨੇਡਾ ਦੇ ਅਧਿਕਾਰੀ, ਕੈਨੇਡਾ ਇਲੈਕਸ਼ਨਸ ਕਮਿਸ਼ਨਰ ਦਾ ਦਫ਼ਤਰ, ਮੌਜੂਦਾ ਅਤੇ ਸਾਬਕਾ ਸੀਨੀਅਰ ਸਰਕਾਰੀ ਅਧਿਕਾਰੀ, कैबिनेट मंत्री ਅਤੇ खुद प्रधान मंत्री जस्टिन ट्रूडो शामिल होणगे। पिछले साल प्रधान मंत्री ने कहा ਸੀ ਕਿ ਉਹ ਇੱਛਾ ਨਾਲ ਅਤੇ ਬਹੁਤ ਉਤਸ਼ਾਹ ਨਾਲ ਕਮਿਸ਼ਨ ਅੱਗੇ ਪੇਸ਼ ਹੋਣ ਲਈ ਤਿਆਰ ਨੇ। ਕੌਣ-ਕੌਣ ਕਦੋਂ ਕਮਿਸ਼ਨ ਅੱਗੇ ਪੇਸ਼ ਹੋਵੇਗਾ, ਇਸ ਦੀ ਸਮਾਂ ਸੂਚੀ ਅਗਲੇ ਹਫਤੇ ਜਾਰੀ ਕੀਤੀ ਜਾ ਸਕਦੀ ਹੈ। ਹੌਗ ਨੇ ਇਸ ਸਾਲ ਦੇ ਸ਼ੁਰੂ ਵਿੱਚ ਅੰਤਰਿਮ ਸੁਣਵਾਈ ਕੀਤੀ ਸੀ ਕਿ ਖੂਫੀਆ ਜਾਣਕਾਰੀ ਅਤੇ ਹੋਰ ਜਾਣਕਾਰੀ ਬਾਰੇ ਜਨਤਕ ਤੌਰ ਤੇ ਗੱਲ ਕੀਤੀ ਜਾ ਸਕਦੀ ਹੈ ਜਾਂ ਨਹੀਂ। ਆਗਾਮੀ ਸੁਣਵਾਈਆਂ ਵਿੱਚ 2019 ਅਤੇ 2021 ਦੀਆਂ ਫੈਡਰਲ ਚੋਣਾਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਸੀ ਜਾਂ ਨਹੀਂ, ਚੋਣਾਂ ਦੀ ਅਖੰਡਤਾ ਤੇ ਕਿਸੇ ਸੰਭਾਵੀ ਪ੍ਰਭਾਵ, ਸਰਕਾਰ ਦੇ ਆਲਾ ਅਧਿਕਾਰੀਆਂ ਦਰਮਿਆਨ ਇਸ ਬਾਰੇ ਜਾਣਕਾਰੀ ਦੇ ਪ੍ਰਵਾਹ ਅਤੇ ਸਰਕਾਰ ਦੇ ਰਿਸਪੌਂਸ ਵਰਗੇ ਨੁਕਤਿਆਂ ਤੇ ਫੋਕਸ ਕੀਤਾ ਜਾਵੇਗਾ। ਹੌਗ ਨੇ ਮੀਡੀਆ ਬਿਆਨ ਵਿੱਚ ਕਿਹਾ, ਇਹਨਾਂ ਸੁਣਵਾਈਆਂ ਦਾ ਉਦੇਸ਼ ਨਾਗਰਿਕਾਂ ਨੂੰ 2019 ਅਤੇ 2021 ਦੀਆਂ ਚੋਣਾਂ ਵਿੱਚ ਸਾਡੀ ਚੋਣ ਪ੍ਰਣਾਲੀ ਨੂੰ ਦਰਪੇਸ਼ ਵਿਦੇਸ਼ੀ ਦਖਲਅੰਦਾਜ਼ੀ ਦੇ ਖਤਰਿਆਂ, ਸੁਰੱਖਿਆਤਮਕ ਵਿਧੀਆਂ ਜੋ ਮੌਜੂਦ ਸਨ ਅਤੇ ਚੋਣਾਂ ਦੀ ਅਖੰਡਤਾ ਤੇ ਸੰਭਾਵੀ ਪ੍ਰਭਾਵ ਜੇਕਰ ਕੋਈ ਹੈ ਦੀ ਬਿਹਤਰ ਸਮਝ ਪ੍ਰਦਾਨ ਕਰਨਾ ਹੈ। ਇਹ ਵੀ ਦੱਸ ਦਈਏ ਕਿ ਹੌਗ ਦੀ ਅੰਤਰਿਮ ਰਿਪੋਰਟ 3 ਮਈ ਅਤੇ ਅੰਤਿਮ ਰਿਪੋਰਟ ਸਾਲ ਦੇ ਅੰਤ ਤੱਕ ਪੇਸ਼ ਹੋਵੇਗੀ। ਬਰੈਂਪਟਨ ਵਿਖੇ ਭਾਰਤੀ ਮਕਾਨ ਮਾਲਕ ਮੁੜ ਰੋਸ ਵਿਖਾਵਾ ਕਰਨ ਲਈ ਮਜਬੂਰ ਹੋ ਗਏ ਜਦੋਂ 28 ਮਾਰਚ ਤੋਂ ਨਵੇਂ ਰੂਪ ਵਿੱਚ ਰੈਜ਼ੀਡੈਂਸ਼ੀਅਲ ਰੈਂਟਲ ਲਾਇਸੈਂਸਿੰਗ ਪ੍ਰੋਗਰਾਮ ਲਾਗੂ ਕੀਤੇ ਜਾਣ ਦਾ ਐਲਾਨ ਕੀਤਾ ਗਿਆ। ਮਕਾਨ ਮਾਲਕਾਂ ਨੇ ਕਿਹਾ ਕਿ ਬਾਈ ਲਾਅ ਦੀ ਉਲੰਘਣਾ ਕਰਨ ਵਾਲਿਆਂ ਨੂੰ ਪਹਿਲਾਂ ਹੀ ਜੁਰਮਾਨੇ ਕੀਤੇ ਜਾ ਰਹੇ ਨੇ ਤਾਂ ਨਵੇਂ ਜੁਰਮਾਨਿਆਂ ਦੀ ਸਮੱਸਿਆ ਪੈਦਾ ਕਿਉਂ ਕੀਤੀ ਜਾ ਰਹੀ ਹੈ। CBC ਦੀ ਰਿਪੋਰਟ ਮੁਤਾਬਕ ਲੈਂਡਲॉर्ड ਆਜ਼ਾਦ ਗੋਇਤ ਨੇ ਕਿਹਾ ਕਿ ਉਹਨਾਂ ਦੀ ਬੇਸਮੈਂਟ ਵਿੱਚ 4 ਜਣੇ ਰਹਿੰਦੇ ਨੇ ਅਤੇ ਪਹਿਲੀ ਮੰਜ਼ਿਲ 6 ਜਣਿਆਂ ਨੂੰ ਕਿਰਾਏ ਤੇ ਦਿੱਤੀ ਹੋਈ ਹੈ। ਇਹ ਸਭ ਨਿਯਮਾਂ ਦੇ ਦਾਇਰੇ ਵਿੱਚ ਰਹਿ ਕੇ ਹੀ ਕੀਤਾ ਜਾ ਰਿਹਾ ਹੈ ਤਾਂ RRL ਦੀ ਜ਼ਰੂਰਤ ਕਿਉਂ ਪੈ ਗਈ। ਆਜ਼ਾਦ ਗੋਇਤ ਨੇ ਸ਼ਿਕਾਇਤ ਭਰੇ ਲਹਿਜ਼ੇ ਵਿੱਚ ਕਿਹਾ ਕਿ ਕਿਰਾਏਦਾਰਾਂ ਨਾਲ ਵਿਵਾਦ ਸੁਲਝਾਉਣ ਦੀ ਪ੍ਰਕਿਰਿਆ ਵਿੱਚ ਲੱਗਣ ਵਾਲਾ ਸਮਾਂ ਘਟਾਉਣ ਵਾਸਤੇ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਹੈ ਅਤੇ ਫਾਲਤੂ ਜਾਂਚ ਪੜਤਾਲ ਅਤੇ ਲਾਇਸੈਂਸ ਫੀਸ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਕਾਉਂਸਲਰ ਡੈਨਿਸ ਕੀਨਨ ਦਾ ਕਹਿਣਾ ਸੀ ਕਿ ਕੁਝ ਮਕਾਨ ਮਾਲਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਦੇ ਕਿਰਾਏਦਾਰਾਂ ਵੱਲੋਂ ਆਪਣੀ ਬੇਸਮੈਂਟ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅੱਗੇ ਕਿਰਾਏ ਤੇ ਚਾੜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮੇਅਰ ਪੈਟਰਿਕ ਬਰਾਊਨ ਵੀ ਆਖ ਚੁੱਕੇ ਨੇ ਕਿ ਤਕਰੀਬਨ 1 ਲੱਖ ਲੋਕ ਗੈਰਮਿਆਰੀ ਬੇਸਮੈਂਟਾਂ ਜਾਂ ਕਮਰਿਆਂ ਵਿੱਚ ਰਹਿ ਰਹੇ ਨੇ ਅਤੇ ਸ਼ਹਿਰ ਵਿੱਚ 30,000 ਬੇਸਮੈਂਟਾਂ ਜਾਂ ਕਮਰੇ ਗੈਰ ਕਾਨੂੰਨੀ ਤਰੀਕੇ ਨਾਲ ਕਿਰਾਏ ਤੇ ਚੜੇ ਹੋਏ ਨੇ। ਪੈਟਰਿਕ ਬਰਾਊਨ ਕਈ ਮੌਕਿਆਂ ਤੇ ਆਖ ਚੁੱਕੇ ਨੇ ਕਿ ਕੀ ਰੈਜ਼ੀਡੈਂਸ਼ੀਅਲ ਰੈਂਟਲ ਲਾਇਸੈਂਸਿੰਗ ਪ੍ਰੋਗਰਾਮ ਹਰ ਹਾਲਤ ਵਿੱਚ ਲਾਗੂ ਕੀਤਾ ਜਾਵੇਗਾ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਬੇਸਮੈਂਟਾਂ ਵਿੱਚ ਕਿਰਾਏਦਾਰ ਰੱਖਣ ਵਾਲੇ ਬਖਸ਼ੇ ਨਹੀਂ ਜਾਣਗੇ। ਵਾਰਡ 1 ਅਤੇ 5 ਤੋਂ ਕਾਉਂਸਲਰ ਰੋਇਨਾ ਸੌਂਟੋਨਸ ਦਾ ਕਹਿਣਾ ਸੀ ਕਿ ਰੈਜ਼ੀਡੈਂਸ਼ੀਅਲ ਰੈਂਟਲ ਲਾਇਸੈਂਸਿੰਗ ਪ੍ਰੋਗਰਾਮ ਰਾਹੀਂ ਸਿਟੀ ਸਟਾਫ ਬਿਹਤਰ ਤਰੀਕੇ ਨਾਲ ਸ਼ਿਕਾਇਤਾਂ ਦਾ ਨਿਪਟਾਰਾ ਕਰ ਸਕੇਗਾ ਜੋ ਕਿਰਾਏਦਾਰਾਂ ਦੀ ਗਿਣਤੀ ਜਾਂ ਹੋਰ ਕਾਰਨਾਂ ਕਰਕੇ ਆਉਂਦੀਆਂ ਨੇ। बैंक ऑफ कैनेडा ਨੂੰ ਉਮੀਦ ਹੈ ਕਿ ਉਹ ਇਸ ਸਾਲ ਕਿਸੇ ਸਮੇਂ ਵੀ ਵਿਆਜ ਦਰਾਂ ਵਿੱਚ ਕਟੌਤੀ ਕਰਨ ਦੇ ਯੋਗ ਹੋ ਜਾਏਗਾ, ਪਰ ਅਜਿਹਾ ਕਦੋਂ ਕੋ ਹੋਵੇਗਾ ਇਸ ਬਾਰੇ ਅਧਿਕਾਰੀਆਂ ਦੀ ਇੱਕ ਰਾਏ ਨਹੀਂ ਹੈ।
ਇਹ ਜਾਣਕਾਰੀ ਗਵਰਨਿੰਗ ਕੌਂਸਲ ਦੇ ਮੈਂਬਰਾਂ ਵੱਲੋਂ 6 ਮਾਰਚ ਦੀ ਵਿਆਜ ਦਰ ਘੋਸ਼ਣਾ ਤੋਂ ਪਹਿਲਾਂ ਕੇਂਦਰੀ ਬੈਂਕ ਦੇ ਵਿਚਾਰ ਵਟਾਂਦਰੇ ਦੇ ਸਾਰ ਦੇ ਅਨੁਸਾਰ ਹੈ। ਵਿਚਾਰ ਵਟਾਂਦਰੇ ਦੇ ਸਾਰ ਵਿੱਚ ਕਿਹਾ ਗਿਆ ਹੈ ਕਿ ਗਵਰਨਿੰਗ ਕੌਂਸਲ ਦੇ ਮੈਂਬਰ ਇਸ ਗੱਲ ਤੇ ਸਹਿਮਤ ਹੋਏ ਕਿ ਜੇਕਰ ਅਰਥ ਵਿਵਸਥਾ ਅਤੇ ਮਹਿੰਗਾਈ ਬੈਂਕ ਆਫ ਕੈਨੇਡਾ ਦੇ ਅਨੁਮਾਨਾਂ ਦੇ ਅਨੁਸਾਰ ਵਿਕਸਿਤ ਹੁੰਦੀ ਹੈ ਤਾਂ ਕੇਂਦਰੀ ਬੈਂਕ ਇਸ ਸਾਲ ਕਿਸੇ ਸਮੇਂ ਵੀ ਵਿਆਜ ਦਰਾਂ ਵਿੱਚ ਕਟੌਤੀ ਸ਼ੁਰੂ ਕਰਨ ਦੇ ਯੋਗ ਹੋ ਜਾਵੇਗਾ। ਭਾਵੇਂ ਮੈਂਬਰ ਇਸ ਗੱਲ ਤੇ ਸਹਿਮਤ ਹੋਏ ਨੇ ਕਿ ਕੁਝ ਖਾਸ ਆਰਥਿਕ ਪਰਿਸਥਿਤੀਆਂ, ਜਿਸ ਨੂੰ ਉਹਨਾਂ ਨੇ ਅੰਡਰਲਾਈਂਗ ਇਨਫਲੇਸ਼ਨ ਆਖਿਆ, ਵਿੱਚ ਨਰਮਾਈ ਅਤੇ ਟਿਕਾ ਨਜ਼ਰ ਆਉਣ ਤੇ ਵਿਆਜ ਦਰਾਂ ਵਿੱਚ ਕਟੌਤੀ ਕੀਤੇ ਜਾਣ ਦੀ ਲੋੜ ਹੈ। ਪਰ ਉਹ ਪਰਿਸਥਿਤੀਆਂ ਕੀ ਹੋਣਗੀਆਂ, ਇਸ ਬਾਰੇ ਉਹਨਾਂ ਦੇ ਵੱਖੋ ਵੱਖਰੇ ਵਿਚਾਰ ਸਨ। ਬੈਂਕ ਆਫ ਕੈਨੇਡਾ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਆਪਣੀ ਵਿਆਜ ਦਰ ਨੂੰ 5% ਤੇ ਰੱਖਣ ਦਾ ਫੈਸਲਾ ਕੀਤਾ ਸੀ ਅਤੇ ਦਰਾਂ ਵਿੱਚ ਕਟੌਤੀ ਦੇ ਸਵਾਲਾਂ ਨੂੰ ਟਾਲ ਦਿੱਤਾ ਸੀ। ਗਵਰਨਰ ਟਿਫ ਮੈਕਲਮ ਨੇ ਕਿਹਾ ਸੀ ਕਿ ਕੇਂਦਰੀ ਬੈਂਕ ਬਹੁਤ ਤੇਜ਼ੀ ਨਾਲ ਅੱਗੇ ਵਧਣਾ ਨਹੀਂ ਚਾਹੁੰਦਾ ਤਾਂ ਕਿ ਬਾਅਦ ਵਿੱਚ ਫਿਰ ਪਲਟੀ ਨਾ ਮਾਰਨੀ ਪਵੇ। ਅਮਰੀਕੀ ਫੈਡਰਲ ਰਿਜ਼ਰਵ ਨੇ ਵੀ ਲਗਾਤਾਰ 5ਵੀਂ ਵਾਰੀ ਵਿਆਜ ਦਰਾਂ ਨੂੰ ਬਰਕਰਾਰ ਰੱਖਿਆ ਹੈ। ਅਮਰੀਕੀ ਫੈਡਰਲ ਰਿਜ਼ਰਵ ਦੇ ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਮਹਿੰਗਾਈ ਦੇ ਵਧੇਰੇ ਰਹਿਣ ਦੇ ਬਾਵਜੂਦ ਉਹ 2024 ਵਿੱਚ 3 ਵਾਰੀ ਵਿਆਜ ਦਰਾਂ ਵਿੱਚ ਕਟੌਤੀ ਕਰ ਸਕਦੇ ਨੇ। ਪਰ ਬੈਂਕ ਆਫ ਕੈਨੇਡਾ ਆਪਣੇ ਭਵਿੱਖ ਦੇ ਫੈਸਲਿਆਂ ਬਾਰੇ ਚੁੱਪ ਹੈ। ਹਾਲਾਂਕਿ ਟਿਫ ਮੈਕਲਮ ਇਹ ਸੰਕੇਤ ਦੇ ਚੁੱਕੇ ਨੇ ਕਿ ਜਿਸ ਰਫ਼ਤਾਰ ਨਾਲ ਵਿਆਜ ਦਰਾਂ ਵਧਾਈਆਂ ਗਈਆਂ ਸਨ, ਉਸੇ ਰਫ਼ਤਾਰ ਵਿੱਚ ਇਹਨਾਂ ਵਿੱਚ ਕਟੌਤੀ ਨਹੀਂ ਹੋਵੇਗੀ। ਕੈਨੇਡਾ ਵਿੱਚ ਤਾਜ਼ਾ ਅੰਕੜੇ ਦਰਸਾਉਂਦੇ ਨੇ ਕਿ ਸਾਲਾਨਾ ਮਹਿੰਗਾਈ ਦਰ ਲਗਾਤਾਰ ਦੂਜੇ ਮਹੀਨੇ ਉਮੀਦ ਨਾਲੋਂ ਘੱਟ ਰਹੀ ਅਤੇ ਫਰਵਰੀ ਵਿੱਚ 2.8% ਤੱਕ ਪਹੁੰਚ ਗਈ। ਤਾਜ਼ਾ ਮਹਿੰਗਾਈ ਦੇ ਅੰਕੜਿਆਂ ਨੇ ਅਰਥਸ਼ਾਸਤਰੀਆਂ ਦੀਆਂ ਉਮੀਦਾਂ ਨੂੰ ਹੋਰ ਮਜ਼ਬੂਤ ਕੀਤਾ ਹੈ ਕਿ ਬੈਂਕ ਆਫ ਕੈਨੇਡਾ ਸਾਲ ਦੇ ਮੱਧ ਦੇ ਆਸ-ਪਾਸ ਵਿਆਜ ਦਰਾਂ ਵਿੱਚ ਕਟੌਤੀ ਸ਼ੁਰੂ ਕਰ ਦੇਵੇਗਾ, ਖਾਸ ਤੌਰ ਤੇ ਜਦੋਂ ਰਿਹਾਇਸ਼ੀ ਲਾਗਤਾਂ ਅਸਮਾਨ ਛੂੰਹਦੀਆਂ ਰਹਿੰਦੀਆਂ ਨੇ। ਸਾਲ ਅਨੁਸਾਰ ਜੇ ਸਪ੍ਰਿੰਗ ਸੀਜ਼ਨ ਵਿੱਚ ਹਾਊਸਿੰਗ ਸੈਕਟਰ ਵਿੱਚ ਤੇਜ਼ੀ ਆਂਦੀ ਹੈ ਤਾਂ ਰਿਹਾਇਸ਼ ਦੀਆਂ ਕੀਮਤਾਂ ਵੱਧ ਜਾਣਗੀਆਂ, ਜਿਸ ਦੇ ਨਤੀਜੇ ਵਜੋਂ ਮਹਿੰਗਾਈ ਦਰ ਨੂੰ 2% ਦੇ ਟੀਚੇ ਤੇ ਲਿਜਾਣਾ ਮੁਸ਼ਕਿਲ ਹੋ ਜਾਵੇਗਾ। ਕਿਰਾਏ ਅਤੇ ਮਾਰਗੇਜ ਲਾਗਤਾਂ ਮਹਿੰਗਾਈ ਦਰ ਨੂੰ ਉੱਪਰ ਵੱਲ ਰੱਖਣ ਦਾ ਮੁੱਖ ਕਾਰਨ ਨੇ। ਬੈਂਕ ਵੱਲੋਂ ਵਿਆਜ ਦਰਾਂ ਬਾਰੇ ਅਗਲਾ ਐਲਾਨ 10 ਅਪ੍ਰੈਲ ਨੂੰ ਕੀਤਾ ਜਾਣਾ ਹੈ। ਫਰਾਂਸੀਸੀ ਸੈਨੇਟ ਨੇ ਯੂਰਪੀ ਯੂਨੀਅਨ ਅਤੇ ਕੈਨੇਡਾ ਦਰਮਿਆਨ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ ਨੂੰ ਰੱਦ ਕਰ ਦਿੱਤਾ ਹੈ। ਸੈਨੇਟ ਦੀ ਵੈਬਸਾਈਟ ਤੇ ਸੈਸ਼ਨ ਦੇ ਲਾਈਵ ਪ੍ਰਸਾਰਣ ਮੁਤਾਬਕ ਸਮਝੌਤੇ ਨੂੰ ਰੱਦ ਕਰਨ ਦੇ ਪੱਖ ਵਿੱਚ 211 ਵੋਟਾਂ ਅਤੇ ਵਿਰੋਧ ਵਿੱਚ 44 ਵੋਟਾਂ ਪਈਆਂ। CETA ਤੇ 2016 ਵਿੱਚ ਹਸਤਾਖਰ ਕੀਤੇ ਗਏ ਸਨ ਅਤੇ 2017 ਵਿੱਚ ਇਸ ਨੂੰ EU ਪੱਧਰ ਤੇ ਅਪਣਾਇਆ ਗਿਆ ਸੀ। ਇਸ ਨੂੰ ਉਸ ਸਮੇਂ ਅਸਥਾਈ ਰੂਪ ਨਾਲ ਲਾਗੂ ਕੀਤਾ ਗਿਆ ਸੀ ਅਤੇ ਸਾਰੇ EU ਮੈਂਬਰ ਦੇਸ਼ਾਂ ਦੇ ਸੰਸਦ ਮੈਂਬਰਾਂ ਵੱਲੋਂ ਸਮਰਥਨ ਦੇ ਬਾਅਦ ਹੀ ਪੂਰੀ ਤਾਕਤ ਨਾਲ ਕੰਮ ਕਰਨ ਵਾਲਾ ਸੀ। ਸਮਝੌਤੇ ਨੂੰ 2019 ਵਿੱਚ ਫਰਾਂਸੀਸੀ ਸੰਸਦ ਦੇ ਹੇਠਲੇ ਸਦਨ ਨੈਸ਼ਨਲ ਅਸੈਂਬਲੀ ਵੱਲੋਂ ਮਨਜ਼ੂਰੀ ਦਿੱਤੀ ਗਈ ਸੀ, ਪਰ ਇਸ ਨੂੰ ਪਹਿਲਾਂ ਕਦੇ ਸੈਨੇਟ ਵਿੱਚ ਪੇਸ਼ ਨਹੀਂ ਕੀਤਾ ਗਿਆ ਸੀ, ਜਦੋਂ ਤੱਕ ਕਿ ਕਮਿਊਨਿਸਟ ਗੁੱਟ ਨੇ ਹਾਲ ਹੀ ਵਿੱਚ ਇਸ ਤੇ ਵਿਚਾਰ ਕਰਨ ਦੀ ਮੰਗ ਨਹੀਂ ਕੀਤੀ। ਫਰਾਂਸੀਸੀ ਸੈਨੇਟ ਵਿੱਚ CETA ਤੇ ਵਿਚਾਰ ਪੂਰੇ ਦੇਸ਼ ਵਿੱਚ ਸਰਕਾਰ ਦੀਆਂ ਖੇਤੀਬਾੜੀ ਨੀਤੀਆਂ ਖਿਲਾਫ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਹੋਇਆ। ਦੱਸਣਯੋਗ ਹੈ ਕਿ ਫਰਾਂਸ ਵਿੱਚ ਕਿਸਾਨ ਜਨਵਰੀ ਤੋਂ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ, ਹਾਈਵੇ ਨੂੰ ਰੋਕ ਰਹੇ ਨੇ ਅਤੇ ਦੇਸ਼ ਭਰ ਵਿੱਚ ਸਰਕਾਰੀ ਇਮਾਰਤਾਂ ਦੇ ਸਾਹਮਣੇ ਖਾਦ ਅਤੇ ਕੂੜਾ ਸੁੱਟ ਰਹੇ ਨੇ। ਕਿਸਾਨ ਮੁੱਖ ਤੌਰ ਤੇ ਯੂਕਰੇਨ ਤੋਂ ਸਸਤੇ ਖੇਤੀ ਉਤਪਾਦਾਂ ਦੀ ਦਰਾਮਦ, ਸਿੰਚਾਈ ਲਈ ਪਾਣੀ ਦੀ ਵਰਤੋਂ ਤੇ ਪਾਬੰਦੀਆਂ ਅਤੇ ਡੀਜ਼ਲ ਇੰਧਨ ਦੀਆਂ ਵੱਧਦੀਆਂ ਕੀਮਤਾਂ ਦੇ ਨਾਲ-ਨਾਲ ਵਾਤਾਵਰਣ ਦੀ ਸੁਰੱਖਿਆ ਲਈ ਬੰਦੀਆਂ ਵਾਲੇ ਉਪਾਵਾਂ ਅਤੇ ਵੱਧ ਰਹੇ ਵਿੱਤੀ ਬੋਝ ਦਾ ਵਿਰੋਧ ਕਰ ਰਹੇ ਨੇ। ਕਾਰ ਚੋਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਅਤੇ ਮੌਂਟਰੀਅਲ ਪੁਲਿਸ ਵੱਲੋਂ 34 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਗ੍ਰਿਫਤਾਰੀਆਂ ਮਾਰਚ 2019 ਤੋਂ ਮਾਰਚ 2023 ਦਰਮਿਆਨ ਚੋਰੀ ਹੋਈਆਂ ਗੱਡੀਆਂ ਦੇ ਮਾਮਲੇ ਵਿੱਚ ਪ੍ਰੋਜੈਕਟ ਵੋਲਕੈਨੋ ਅਧੀਨ ਕੀਤੀਆਂ ਗਈਆਂ ਨੇ। OPP ਦੇ ਡਿਪਟੀ ਕਮਿਸ਼ਨਰ ਮਾਰਟੀ ਕਰਨਜ਼ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਕਾਰ ਚੋਰੀ ਦੀਆਂ ਵਾਰਦਾਤਾਂ ਵਿੱਚ ਇਹ ਰੁਝਾਨ ਦੇਖਣ ਨੂੰ ਮਿਲਿਆ ਕਿ ਕਿਊਬਿਕ ਵਿੱਚ ਰਹਿਣ ਵਾਲੇ ਓਨਟਾਰੀਓ ਵਿੱਚੋਂ ਕਾਰਾਂ ਚੋਰੀ ਕਰਦੇ ਨੇ। ਪੇਸ਼ ਕੀਤੇ ਜਾ ਰਹੇ ਸਾਰੇ ਮਾਮਲਿਆਂ ਵਿੱਚ ਗ੍ਰਿਫਤਾਰੀ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਕੀਤੀ, ਪਰ ਦੋਸ਼ ਆਇਦ ਹੋਣ ਮਗਰੋਂ ਸ਼ੱਕੀ ਅਦਾਲਤ ਵਿੱਚ ਪੇਸ਼ ਨਾ ਹੋਏ ਅਤੇ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਕਰ ਦਿੱਤੀ। ਉਹਨਾਂ ਦੀ ਮੁੜ ਗ੍ਰਿਫਤਾਰੀ ਵਾਸਤੇ ਵਾਰੰਟ ਜਾਰੀ ਕਰਵਾਏ ਜਾ ਰਹੇ ਨੇ ਤਾਂ ਕਿ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕੇ। ਕਾਰ ਚੋਰੀ ਦੇ ਦੋਸ਼ਾਂ ਤੋਂ ਇਲਾਵਾ ਜ਼ਿਆਦਾਤਰ ਸ਼ੱਕੀਆਂ ਵਿਰੁੱਧ ਕੈਨਾਬਿਸ ਐਕਟ, ਹਾਈਵੇ ਟ੍ਰੈਫਿਕ ਐਕਟ ਅਤੇ ਹੋਰ ਕਈ ਕਿਸਮ ਦੇ ਦੋਸ਼ ਵੀ ਲੱਗ ਚੁੱਕੇ ਨੇ। ਪੁਲਿਸ ਮੁਤਾਬਕ 2021 ਤੋਂ 2023 ਦਰਮਿਆਨ ਹਿੰਸਕ ਤਰੀਕੇ ਨਾਲ ਕਾਰਾਂ ਖੋਹਣ ਅਤੇ ਘਰਾਂ ਵਿੱਚ ਜ਼ਬਰੀ ਦਾਖਲ ਹੋਣ ਦੇ ਮਾਮਲਿਆਂ ਵਿੱਚ 206% ਵਾਧਾ ਹੋਇਆ ਹੈ। ਬੀਤੇ 3 ਹਫ਼ਤਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਓਨਟਾਰੀਓ ਵਿੱਚ 3000 ਗੱਡੀਆਂ ਚੋਰੀ ਹੋ ਚੁੱਕੀਆਂ ਨੇ। ਹਾਲਾਂਕਿ ਬਰੈਂਪਟਨ ਦੇ ਕਈ ਇਲਾਕਿਆਂ ਵਿੱਚ ਗੱਡੀ ਚੋਰੀ ਦੀਆਂ ਵਾਰਦਾਤਾਂ 40% ਘਟਣ ਦੀ ਰਿਪੋਰਟ ਵੀ ਸਾਹਮਣੇ ਆਈ ਹੈ। ਰੱਖਿਆ ਮੰਤਰੀ ਬਿਲ ਬਲੇਅਰ ਨੇ ਕਿਹਾ ਕਿ ਇਜ਼ਰਾਈਲ ਨੂੰ ਭਵਿੱਖ ਵਿੱਚ ਹਥਿਆਰਾਂ ਦੇ ਨਿਰਯਾਤ ਨੂੰ ਖਤਮ ਕਰਨ ਦੀ ਮੰਗ ਕਰਨ ਵਾਲਾ ਹਾਊਸ ਆਫ ਕਾਮਨਜ਼ ਵੱਲੋਂ ਪ੍ਰਵਾਨਿਤ ਮਤਾ
ਇਜ਼ਰਾਈਲ ਪ੍ਰਤੀ ਕੈਨੇਡਾ ਦੀ ਪਹੁੰਚ ਨੂੰ ਬਿਲਕੁਲ ਨਹੀਂ ਬਦਲਦਾ। CBC ਦੇ ਪਾਵਰ ਐਂਡ ਪੋਲਿਟਿਕਸ ਨਾਲ ਗੱਲ ਕਰਦਿਆਂ ਬਲੇਅਰ ਨੇ ਕਿਹਾ, ਅਸੀਂ ਨਹੀਂ ਬਦਲੇ ਆ, ਮੈਂ ਇਸ ਨੂੰ ਮੌਜੂਦਾ ਸਰਕਾਰੀ ਨੀਤੀ ਦੀ ਨਿਰੰਤਰਤਾ ਵਜੋਂ ਦੇਖਦਾ। ਗੌਰਤਲਬ ਹੈ ਕਿ ਕੈਬਨਿਟ ਮੰਤਰੀਆਂ ਸਮੇਤ ਜ਼ਿਆਦਾਤਰ ਲਿਬਰਲ MPs ਨੇ ਸੋਮਵਾਰ ਨੂੰ ਇਜ਼ਰਾਈਲ ਲਈ ਹਥਿਆਰਾਂ ਲਈ ਨਵੇਂ ਨਿਰਯਾਤ ਪਰਮਿਟਾਂ ਨੂੰ ਖਤਮ ਕਰਨ ਦੀ ਮੰਗ ਕਰਨ ਵਾਲੇ NDP ਵੱਲੋਂ ਪੇਸ਼ ਮੋਸ਼ਨ ਦਾ ਸਮਰਥਨ ਕੀਤਾ ਸੀ। ਵੋਟ ਪਾਉਣ ਤੋਂ ਪਹਿਲਾਂ ਲਿਬਰਲਾਂ ਵੱਲੋਂ ਇਸ ਮੋਸ਼ਨ ਵਿੱਚ ਭਾਰੀ ਸੋਧ ਕੀਤੀ ਗਈ ਸੀ, ਪਰ ਇਸ ਗੱਲ ਤੇ ਭੰਬਲ ਭੂਸਾ ਬਣਿਆ ਹੋਇਆ ਹੈ ਕਿ ਇਹ ਮੋਸ਼ਨ ਅਮਲੀ ਤੌਰ ਤੇ ਕੀ ਕਰਦਾ ਹੈ। ਕੁਝ ਸਮੂਹਾਂ ਨੇ ਬਹਿਸ ਕੀਤੀ ਕਿ ਇਹ ਹਥਿਆਰਾਂ ਦੀ ਪਾਬੰਦੀ ਲਾਉਂਦਾ ਹੈ ਅਤੇ ਕੁਝ ਕਹਿੰਦੇ ਨੇ ਕਿ ਇਹ ਪਹਿਲਾਂ ਵਰਗੀ ਸਥਿਤੀ ਨੂੰ ਹੀ ਦਰਸਾਉਂਦਾ ਹੈ। ਭਾਵੇਂ ਇਹ ਪ੍ਰਸਤਾਵ ਗੈਰ ਬਜਵਾ ਹੈ, ਪਰ ਵਿਦੇਸ਼ ਮੰਤਰੀ ਮੈਲਾਨੀ ਜੋਲੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਪਸ਼ਟ ਤੌਰ ਤੇ ਇਸ ਸਰਕਾਰ ਦਾ ਇਰਾਦਾ ਇਹ ਯਕੀਨੀ ਬਣਾਉਣਾ ਹੈ ਕਿ ਅਸੀਂ ਇਸ ਮਤੇ ਵਿੱਚ ਲਿਖੀਆਂ ਗੱਲਾਂ ਦੀ ਪਾਲਣਾ ਕਰੀਏ। ਜੋਲੀ ਦੇ ਦਫ਼ਤਰ ਨੇ ਇਹ ਵੀ ਕਿਹਾ ਕਿ ਕੈਨੇਡਾ ਨੇ 8 ਜਨਵਰੀ ਨੂੰ ਇਜ਼ਰਾਈਲ ਲਈ ਪਰਮਿਟ ਮਨਜ਼ੂਰ ਕਰਨਾ ਬੰਦ ਕਰ ਦਿੱਤਾ ਸੀ। ਬਲੇਅਰ ਨੇ ਕਿਹਾ ਕਿ ਸਰਕਾਰ ਉਸ ਦਿਨ ਤੋਂ ਪਹਿਲਾਂ ਪ੍ਰਵਾਨਿਤ ਨਿਰਯਾਤ ਪਰਮਿਟਾਂ ਦਾ ਸਨਮਾਨ ਕਰੇਗੀ ਅਤੇ ਭਵਿੱਖ ਵਾਲੀਆਂ ਮਨਜ਼ੂਰੀਆਂ ਨੂੰ ਰੋਕ ਦੇਵੇਗੀ। ਵਿਵਾਦਗ੍ਰਸਤ ਮੋਸ਼ਨ ਵਿੱਚ ਫੈਡਰਲ ਸਰਕਾਰ ਨੂੰ ਅਧਿਕਾਰਿਤ ਤੌਰ ਤੇ ਫਲਸਤੀਨ ਨੂੰ ਇੱਕ ਮੁਲਕ ਵਜੋਂ ਮਾਨਤਾ ਦੇਣ ਦੀ ਮੰਗ ਕੀਤੀ ਗਈ ਸੀ, ਪਰ ਵੋਟਿੰਗ ਤੋਂ ਪਹਿਲਾਂ ਇਸ ਵਿੱਚ ਸੋਧ ਕੀਤੀ ਗਈ ਸੀ। ਇਜ਼ਰਾਈਲ ਨੇ ਇਸ ਮੋਸ਼ਨ ਦੀ ਨਿੰਦਾ ਕੀਤੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਵਿਦੇਸ਼ੀ ਮਾਮਲਿਆਂ ਦੇ ਸਲਾਹਕਾਰ ਓਫਿਰ ਫਾਕ ਨੇ ਇਸ ਮੋਸ਼ਨ ਦੀ ਤੁਲਨਾ ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਕੈਨੇਡਾ ਦੀਆਂ ਯਹੂਦੀ ਵਿਰੋਧੀ ਇਮੀਗ੍ਰੇਸ਼ਨ ਨੀਤੀਆਂ ਨਾਲ ਕੀਤੀ ਹੈ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਏ ਸਿੱਖ ਵਿਰਾਸਤ ਸੰਸਥਾ ਬਰੈਂਪਟਨ ਕੈਨੇਡਾ ਦੇ ਆਗੂ ਕੰਵਰ ਸਿੰਘ ਤੇ ਗੁਰਮਨਪਾਲ ਸਿੰਘ ਨੇ ਬੀਤੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕਰਕੇ ਸਿੱਖ ਮਾਮਲਿਆਂ ਅਤੇ ਧਰਮ ਦੇ ਪ੍ਰਸਾਰ ਪ੍ਰਚਾਰ ਲਈ ਵਿਚਾਰਾਂ ਕੀਤੀਆਂ। ਉਹਨਾਂ ਨੇ ਗਿਆਨੀ ਰਘਬੀਰ ਸਿੰਘ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸਿੱਖ ਵਿਰਾਸਤ ਸੰਸਥਾ ਵੱਲੋਂ ਕੈਨੇਡਾ ਵਿੱਚ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਮਿਲ ਰਹੇ ਭਰਵੇਂ ਸਹਿਯੋਗ ਲਈ ਧੰਨਵਾਦ ਕੀਤਾ। ਕੰਵਰ ਸਿੰਘ ਨੇ ਦੱਸਿਆ ਕਿ ਸਿੱਖ ਵਿਰਾਸਤ ਸੰਸਥਾ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੁੰਦਿਆਂ ਕੈਨੇਡਾ ਅੰਦਰ ਅੰਮ੍ਰਿਤ ਸੰਚਾਰ ਸਮਾਗਮ ਕਰਵਾ ਕੇ ਸੰਗਤਾਂ ਨੂੰ ਸਿੱਖੀ ਨਾਲ ਜੋੜਿਆ ਜਾ ਰਿਹਾ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਵਿਰਾਸਤ ਸੰਸਥਾ ਵੱਲੋਂ ਕੈਨੇਡਾ ਅੰਦਰ ਕੀਤੇ ਜਾ ਰਹੇ ਧਰਮ ਪ੍ਰਚਾਰ ਕਾਰਜਾਂ ਦੀ ਸ਼ਲਾਘਾ ਕਰਦਿਆਂ ਆਸ ਪ੍ਰਗਟਾਈ ਕਿ ਸੰਸਥਾ ਧਰਮ ਦੇ ਪ੍ਰਚਾਰ ਲਈ ਇਸੇ ਤਰ੍ਹਾਂ ਕਾਰਜਸ਼ੀਲ ਰਹੇਗੀ। ਜਲੰਧਰ 'ਚ ਇੱਕ ਟਰੈਵਲ ਏਜੰਟ ਨੇ ਔਰਤ ਨੂੰ ਕੈਨੇਡਾ ਭੇਜਣ ਦੇ ਨਾਂ ਤੇ ਲੱਖਾਂ ਰੁਪਏ ਦੀ ਠੱਗੀ ਮਾਰੀ। ਮਹਿਲਾ ਦੀ ਸ਼ਿਕਾਇਤ ਤੇ ਥਾਣਾ ਨਵੀਂ ਬਾਰਾਦਰੀ ਦੀ ਪੁਲਿਸ ਨੇ ਜਲੰਧਰ ਦੇ ਅਰਬਨ ਏਸਟੇਟ ਦੇ ਰਹਿਣ ਵਾਲੇ ਸਿਧਾਰਥ ਕਟਾਰੀਆ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਖਿਲਾਫ ਪਹਿਲਾਂ ਵੀ ਕਈ ਕੇਸ ਦਰਜ ਨੇ। ਬਾਰਾਦਰੀ ਥਾਣਾ ਖੇਤਰ ਦੀ ਰਹਿਣ ਵਾਲੀ ਪੀੜਤ ਪ੍ਰਿਯੰਕਾ ਨੇ ਦੱਸਿਆ ਕਿ ਉਸਨੇ ਕੈਨੇਡਾ ਜਾਣ ਲਈ ਟਰੈਵਲ ਏਜੰਟ ਸਿਧਾਰਥ ਕਟਾਰੀਆ ਨਾਲ ਗੱਲ ਕੀਤੀ, ਜਿਸ ਲਈ ਸਿਧਾਰਥ ਨੇ ਉਸ ਤੋਂ 4.5 ਲੱਖ ਰੁਪਏ ਮੰਗੇ, ਜਿਸ ਤੋਂ ਬਾਅਦ ਉਸਨੇ 4.5 ਲੱਖ ਰੁਪਏ ਅਦਾ ਕੀਤੇ। ਮੁਲਜ਼ਮ ਨੇ ਨਾ ਤਾਂ ਵੀਜ਼ਾ ਦਿੱਤਾ ਤੇ ਨਾ ਹੀ ਪੈਸੇ ਵਾਪਸ ਕੀਤੇ। ਪੈਸੇ ਵਾਪਸ ਮੰਗਣ ਤੇ ਉਸਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਪੀੜਤਾ ਨੇ CP ਦਫ਼ਤਰ ਵਿੱਚ ਸ਼ਿਕਾਇਤ ਦਰਜ ਕਰਵਾਈ। ਮਾਮਲੇ ਦੀ ਜਾਂਚ ACP ਨਿਰਮਲ ਸਿੰਘ ਨੂੰ ਸੌਂਪੀ ਗਈ ਹੈ। ਜਾਂਚ ਤੋਂ ਬਾਅਦ ਮੁਲਜ਼ਮਾਂ ਖਿਲਾਫ ਥਾਣਾ ਬਾਰਾਦਰੀ ਵਿੱਚ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਗਲੋਬਲ ਇਨੋਵੇਟਿਵ ਇਮੀਗ੍ਰੇਸ਼ਨ ਅਤੇ ਪਲੇਸਮੈਂਟ ਖਿਲਾਫ ਪਹਿਲਾਂ ਹੀ ਦਰਜਨਾ FIR ਦਰਜ ਹੋ ਚੁੱਕੀਆਂ ਨੇ। ਉਕਤ ਦੋਸ਼ੀ ਨੇ ਇਸ ਤਰ੍ਹਾਂ 20 ਤੋਂ ਵੱਧ ਲੋਕਾਂ ਨਾਲ ਠੱਗੀ ਮਾਰੀ ਹੈ। ਕਰੀਬ 2 ਦਿਨ ਪਹਿਲਾਂ ਵੀ ਸਿਟੀ ਪੁਲਿਸ ਵੱਲੋਂ ਮੁਲਜ਼ਮਾਂ ਵਿਰੁੱਧ 3 FIR, ਜਿਸ ਵਿੱਚ ਉਸ ਨੇ ਕੈਨੇਡਾ ਅਤੇ ਪੁਰਤਗਾਲ ਭੇਜਣ ਦੇ ਨਾਂ ਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਸੀ। ਮੁਲਜ਼ਮਾਂ ਵਿਰੁੱਧ ਕਈ ਸ਼ਿਕਾਇਤਾਂ ਪੈਂਡਿੰਗ ਨੇ। ਜਾਂਚ ਤੋਂ ਬਾਅਦ ਜਲਦੀ ਹੀ ਹੋਰ FIR ਵੀ ਦਰਜ ਕੀਤੀਆਂ ਜਾਣਗੀਆਂ। ਨਿਊਯਾਰਕ ਦੇ ਅਟਾਰਨੀ ਜਨਰਲ ਨੇ ਟਰੰਪ ਦੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਿਊਯਾਰਕ ਦੀ ਇੱਕ ਅਦਾਲਤ ਨੇ ਟਰੰਪ, ਉਹਨਾਂ ਦੇ ਪੁੱਤਰਾਂ ਜੂਨੀਅਰ ਟਰੰਪ, ਐਰਿਕ ਟਰੰਪ ਅਤੇ ਟਰੰਪ ਆਰਗੇਨਾਈਜੇਸ਼ਨ ਨੂੰ ਧੋਖਾਧੜੀ ਦੇ ਮਾਮਲੇ ਵਿੱਚ $355 ਮਿਲੀਅਨ ਤੋਂ ਇਲਾਵਾ ਵਿਆਜ ਅਦਾ ਕਰਨ ਦਾ ਵੀ ਹੁਕਮ ਦਿੱਤਾ ਹੈ। ਇਹ ਰਕਮ $454 ਮਿਲੀਅਨ ਤੱਕ ਪਹੁੰਚ ਗਈ ਹੈ, ਕਿਉਂਕਿ ਟਰੰਪ ਨੇ ਅਦਾਇਗੀਆਂ ਦੇ ਮਾਮਲੇ ਵਿੱਚ ਕੋਈ ਉਪਰਾਲਾ ਨਹੀਂ ਕੀਤਾ ਹੈ। ਅਜਿਹੀਆਂ ਰਿਪੋਰਟਾਂ ਨੇ ਕਿ ਉੱਤਰੀ ਮੈਨਹਟਨ ਵਿੱਚ ਇੱਕ ਗੋਲਫ ਕੋਰਸ ਸੈਵਨ ਸਪ੍ਰਿੰਗਸ ਟਰੰਪ ਦੀ ਨਿੱਜੀ ਜਾਇਦਾਦ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਸੰਭਾਵਨਾ ਹੈ। ਨਿਊਯਾਰਕ ਦੀ ਅਦਾਲਤ ਨੇ ਕਿਹਾ ਕਿ ਟਰੰਪ ਨੇ ਜਾਇਦਾਦਾਂ ਦੀ ਕੀਮਤ ਬਾਰੇ ਝੂਠ ਬੋਲ ਕੇ ਬੈਂਕਾਂ ਅਤੇ ਬੀਮਾ ਕੰਪਨੀਆਂ ਨਾਲ ਧੋਖਾ ਕੀਤਾ ਹੈ। ਇਹ ਖੁਲਾਸਾ ਹੋਇਆ ਹੈ ਕਿ ਜੇਕਰ ਟਰੰਪ ਕੇਸ ਹਾਰ ਜਾਂਦੇ ਨੇ ਤਾਂ ਬਕਾਇਆ ਫੀਸ ਦਾ ਭੁਗਤਾਨ ਕਰਨ ਲਈ ਗਾਰੰਟੀ ਰਕਮ ਦਿੱਤੀ ਜਾਣੀ ਚਾਹੀਦੀ ਹੈ। ਇਸ ਦੌਰਾਨ ਟਰੰਪ ਨੇ ਟਿੱਪਣੀ ਕੀਤੀ ਕਿ ਇਹ ਗੈਰ ਸੰਵਿਧਾਨਿਕ ਹੈ। ਸੈਵਨ ਸਪ੍ਰਿੰਗਸ ਐਸਟੇਟ ਲਗਭਗ 230 ਏਕੜ ਦੇ ਖੇਤਰ ਵਿੱਚ ਫੈਲੀ ਹੋਈ ਹੈ। ਇਹ 1919 ਵਿੱਚ ਬਣਾਇਆ ਗਿਆ ਸੀ। ਟਰੰਪ ਆਰਗੇਨਾਈਜੇਸ਼ਨ ਨੇ ਇਸ ਨੂੰ 1996 ਵਿੱਚ $7.5 ਮਿਲੀਅਨ ਵਿੱਚ ਖਰੀਦਿਆ ਸੀ। ਟਰੰਪ ਨੇ ਇਸ ਨੂੰ ਬੁਨਿਆਦੀ ਤੌਰ ਤੇ ਬਦਲਣ ਬਾਰੇ ਸੋਚਿਆ, ਪਰ ਉਸ ਯੋਜਨਾ ਨੂੰ ਲਾਗੂ ਨਹੀਂ ਕੀਤਾ ਗਿਆ।
ਉਹਨਾਂ ਦਾ ਪਰਿਵਾਰ ਅਕਸਰ ਇਸ ਐਸਟੇਟ ਨੂੰ ਮਿਲਣ ਆਉਂਦਾ ਹੈ। ਉਸ ਦੇ ਗੋਲਫ ਕੋਰਸ ਵਿੱਚ 75,000 ਵਰਗ ਫੁੱਟ ਦਾ ਕਲੱਬ ਹਾਊਸ ਹੈ। ਇਹ 1922 ਵਿੱਚ ਸਥਾਪਿਤ ਕੀਤਾ ਗਿਆ ਸੀ। ਗੌਰਤਲਬ ਹੈ ਕਿ ਟਰੰਪ ਤੇ ਪਹਿਲਾਂ ਵੀ ਕਈ ਮਾਮਲਿਆਂ 'ਚ ਦੋਸ਼ ਲੱਗ ਚੁੱਕੇ ਨੇ। ਫਿਲਹਾਲ ਟਰੰਪ ਇੱਕ ਵਾਰ ਫਿਰ ਰਾਸ਼ਟਰਪਤੀ ਦੀ ਚੋਣ ਲੜ ਰਹੇ ਨੇ। ਉਹ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਦੇ ਖਿਲਾਫ ਜਾ ਰਹੇ ਨੇ ਅਤੇ ਇਸ ਸਾਲ ਹੀ ਚੋਣਾਂ ਹੋਣਗੀਆਂ। ਖੈਰ, ਆਉਣ ਵਾਲੇ ਸਮੇਂ ਵਿੱਚ ਕੀ ਹੁੰਦਾ ਹੈ ਇਹ ਦੇਖਣ ਵਾਲਾ ਹੋਵੇਗਾ। ਆਪਣਾ ਘਰ ਬਣਾਉਣਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ। ਅਮਰੀਕਾ ਦੇ ਬਾਲਟੀਮੋਰ ਸ਼ਹਿਰ ਵਿੱਚ ਲੋਕਾਂ ਲਈ ਇਹ ਮਿੰਟਾਂ ਦੀ ਖੇਡ ਬਣ ਗਈ ਹੈ। ਅਸਲ 'ਚ ਇੱਥੇ ਖਾਲੀ ਪਏ ਮਕਾਨਾਂ ਨੂੰ ਸਿਰਫ $1 ਵਿੱਚ ਵੇਚਣ ਦਾ ਐਲਾਨ ਕੀਤਾ ਗਿਆ ਹੈ। ਇਸ ਸਮੇਂ $1 ਦੀ ਕੀਮਤ 84 ਰੁਪਏ ਦੇ ਲਗਭਗ ਹੈ। ਇਹ ਯੋਜਨਾ 1970 ਵਿੱਚ ਹੀ ਸ਼ੁਰੂ ਕੀਤੀ ਗਈ ਸੀ। ਇਸ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ। ਇਸ ਸ਼ਹਿਰ ਵਿੱਚ ਲਗਭਗ 13,000 ਖਾਲੀ ਘਰ ਨੇ। ਇਹਨਾਂ ਵਿੱਚੋਂ 1,000 ਘਰ ਸ਼ਹਿਰ ਪ੍ਰਸ਼ਾਸਨ ਦੇ ਅਧੀਨ ਆਉਂਦੇ ਨੇ। ਇਹਨਾਂ 1,000 ਘਰਾਂ ਨੂੰ ਸਿਰਫ $1 ਦੀ ਕੀਮਤ ਤੇ ਵੇਚਣ ਦਾ ਫੈਸਲਾ ਲਿਆ ਗਿਆ ਹੈ। ਅਸਲ ਵਿੱਚ ਇਹਨਾਂ ਘਰਾਂ ਦੀ ਹਾਲਤ ਖਸਤਾ ਹੋ ਗਈ ਹੈ। ਅਜਿਹੇ 'ਚ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕੋਈ ਵੀ ਵਿਅਕਤੀ ਜਾਂ ਸੰਸਥਾ ਇਹਨਾਂ ਨੂੰ ਖਰੀਦ ਕੇ ਬਾਅਦ 'ਚ ਆਪਣੇ ਖਰਚੇ ਤੇ ਇਸ ਦਾ ਨਵੀਨੀਕਰਨ ਕਰਵਾ ਸਕਦੀ ਹੈ। ਇਸ ਪ੍ਰੋਗਰਾਮ ਤਹਿਤ ਬਾਲਟੀਮੋਰ ਦੇ ਮੇਅਰ ਬ੍ਰੈਂਡਨ ਸਕਾਟ ਨੇ ਕਿਹਾ ਕਿ ਘੱਟੋ-ਘੱਟ 200 ਮਕਾਨ ਉਹਨਾਂ ਲੋਕਾਂ ਨੂੰ ਵੇਚੇ ਜਾਣਗੇ ਜੋ ਇਹਨਾਂ ਦਾ ਨਵੀਨੀਕਰਨ ਕਰਕੇ ਉਹਨਾਂ 'ਚ ਰਹਿਣਾ ਚਾਹੁੰਦੇ ਨੇ। ਹਾਲਾਂਕਿ ਜੇਕਰ ਕੋਈ NGO ਇਸ ਨੂੰ ਖਰੀਦਣਾ ਚਾਹੁੰਦੀ ਹੈ ਤਾਂ ਉਸ ਨੂੰ $1,000 ਦੇਣੇ ਹੋਣਗੇ, ਜਦੋਂ ਕਿ ਵੱਡੀਆਂ NGO ਲਈ ਇਹ ਰਕਮ $3,000 ਹੋਵੇਗੀ। ਸ਼ਹਿਰ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਮੇਅਰ ਨੇ ਬਿਨਾਂ ਸੋਚੇ ਸਮਝੇ ਇਹ ਐਲਾਨ ਕਰ ਦਿੱਤਾ ਹੈ। ਘੱਟੋ-ਘੱਟ ਇੱਥੇ ਰਹਿਣ ਵਾਲੇ ਲੋਕਾਂ ਨੂੰ ਇਸ ਪ੍ਰੋਗਰਾਮ ਵਿੱਚ ਪਹਿਲ ਦਿੱਤੀ ਜਾਣੀ ਚਾਹੀਦੀ ਸੀ। ਤੁਹਾਨੂੰ ਦੱਸ ਦਈਏ ਕਿ ਬਾਲਟੀਮੋਰ ਤੋਂ ਇਲਾਵਾ ਦੁਨੀਆ ਦੇ ਕਈ ਹੋਰ ਸ਼ਹਿਰ ਅਜਿਹੇ ਨੇ ਜਿੱਥੇ $1 ਦੇ ਕੇ ਘਰ ਖਰੀਦਿਆ ਜਾ ਸਕਦਾ ਹੈ। ਅਸਲ ਵਿੱਚ ਇੱਥੇ ਬਹੁਤ ਘੱਟ ਲੋਕ ਰਹਿੰਦੇ ਨੇ। ਅਜਿਹੇ 'ਚ ਇਹਨਾਂ ਘਰਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ, ਸੋ ਅਜਿਹੇ 'ਚ ਸਰਕਾਰ ਇਹਨਾਂ ਨੂੰ ਵੇਚਣ ਦੀਆਂ ਸਕੀਮਾਂ ਲੈ ਕੇ ਆਂਦੀ ਰਹਿੰਦੀ ਹੈ। ਇੱਥੇ ਇਹ ਵੀ ਦੱਸ ਦਈਏ ਕਿ ਆਸਟ੍ਰੇਲੀਆ ਦੇ NSW 'ਚ ਸਿਰਫ 300 ਲੋਕ ਰਹਿੰਦੇ ਨੇ। ਇਸ ਸਮੁੰਦਰੀ ਖੇਤਰ ਵਿੱਚ ਬਹੁਤ ਸਾਰੇ ਖਾਲੀ ਘਰ ਨੇ। ਇਹ ਵੀ ਸਿਰਫ $1 ਵਿੱਚ ਵੇਚੇ ਜਾਂਦੇ ਨੇ। ਨਿਊਯਾਰਕ ਦੇ ਬ੍ਰੌਂਕਸ ਇਲਾਕੇ ਵਿੱਚ ਇੱਕ 60 ਸਾਲਾ ਵਿਅਕਤੀ ਨੂੰ ਆਪਣੇ ਅਪਾਰਟਮੈਂਟ ਤੋਂ ਲੱਖਾਂ ਡਾਲਰ ਦੀ ਕੋਕੀਨ ਦਾ ਸੌਦਾ ਕਰਨ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਸੰਘੀ ਅਧਿਕਾਰੀ ਨੇ ਜਦੋਂ ਵਿਅਕਤੀ ਦੇ ਅਪਾਰਟਮੈਂਟ ਦੀ ਤਲਾਸ਼ੀ ਲਈ ਤਾਂ ਉਹ ਹੈਰਾਨ ਰਹਿ ਗਏ। ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਅਨੁਸਾਰ ਵਿਅਕਤੀ ਨੇ 30 ਪੌਂਡ ਕੋਕੀਨ ਅਤੇ $3 ਮਿਲੀਅਨ ਦੀ ਨਕਦੀ ਲੱਕੜ ਦੇ ਬਕਸਿਆਂ ਵਿੱਚ ਲੁਕੋ ਕੇ ਰੱਖੀ ਹੋਈ ਸੀ, ਜਿਸ ਨੂੰ ਉਹਨਾਂ ਨੇ ਤਲਾਸ਼ੀ ਦੌਰਾਨ ਬਰਾਮਦ ਕਰ ਲਿਆ। ਸਪੈਸ਼ਲ ਨਾਰਕੋਟਿਕਸ ਪ੍ਰੋਸੀਕਿਊਟਰ ਦੇ ਦਫ਼ਤਰ, ਨਿਊਯਾਰਕ ਡਰੱਗ ਇਨਫੋਰਸਮੈਂਟ ਟਾਸਕ ਫੋਰਸ, ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਵੱਲੋਂ ਸਾਂਝੇ ਤੌਰ ਤੇ 2 ਮਹੀਨੇ ਦੀ ਜਾਂਚ ਤੋਂ ਬਾਅਦ ਜੁਆਨ ਰੌਂਡਨ ਨਾਮੀ ਸਮਗਲਰ ਨੂੰ ਬੀਤੇ ਦਿਨ ਸ਼ੁੱਕਰਵਾਰ ਦੁਪਹਿਰ ਨੂੰ ਗ੍ਰਿਫਤਾਰ ਕੀਤਾ ਗਿਆ। DEA ਸਪੈਸ਼ਲ ਏਜੰਟ ਇੰਚਾਰਜ ਫ੍ਰੈਂਕ ਟੈਰੈਂਟੀਨੋ ਨੇ ਕਿਹਾ ਕਿ ਇਹ ਸਮਗਲਰ ਉੱਤਰ ਪੂਰਬ, ਮੱਧ ਪੱਛਮੀ ਅਤੇ ਪੂਰੇ ਨਿਊਯਾਰਕ ਸਿਟੀ ਖੇਤਰ ਵਿੱਚ ਥੋਕ ਦੇ ਭਾਅ ਵੱਡੀ ਮਾਤਰਾ 'ਚ ਨਸ਼ਾ ਵੇਚਦਾ ਸੀ। ਦਰਅਸਲ ਜਾਂਚ ਦੇ ਹਿੱਸੇ ਵਜੋਂ ਜਾਂਚਕਰਤਾ ਨਿਊਯਾਰਕ ਦੇ ਨੌਰਵੁੱਡ ਇਲਾਕੇ ਵਿੱਚ ਮੋਸ਼ੂਲੂ ਪਾਰਕਵੇ ਦੇ ਨੇੜੇ ਗੈਟਸ ਪਲੇਸ ਤੇ ਇੱਕ ਅਪਾਰਟਮੈਂਟ ਦੀ ਨਿਗਰਾਨੀ ਕਰ ਰਹੇ ਸਨ। ਇਸ ਦੌਰਾਨ ਉਹਨਾਂ ਨੇ ਜੁਆਨ ਰੌਂਡਨ ਨਾਮੀ ਵਿਅਕਤੀ ਨੂੰ ਇੱਕ ਬੈਗ ਲੈ ਕੇ ਇਮਾਰਤ ਵਿੱਚ ਦਾਖਲ ਹੁੰਦੇ ਅਤੇ ਫਿਰ ਥੋੜੇ ਸਮੇਂ ਬਾਅਦ ਉਸੇ ਹੀ ਬੈਗ ਨਾਲ ਬਾਹਰ ਨਿਕਲਦੇ ਦੇਖਿਆ। ਬਾਅਦ ਵਿੱਚ ਉਹ ਖਾਲੀ ਹੱਥ ਵਾਪਸ ਆ ਗਿਆ। ਸ਼ੁੱਕਰਵਾਰ ਦੀ ਸ਼ਾਮ 5 ਵਜੇ ਤੋਂ ਠੀਕ ਪਹਿਲਾਂ ਰੌਂਡਨ ਨੂੰ ਇੱਕ ਵਾਰ ਫਿਰ ਅਪਾਰਟਮੈਂਟ ਤੋਂ ਬਾਹਰ ਆਉਂਦੇ ਦੇਖਿਆ ਗਿਆ। ਕਾਨੂੰਨ ਲਾਗੂ ਕਰਨ ਵਾਲੀ ਟੀਮ ਦੇ ਅਨੁਸਾਰ ਸ਼ੱਕ ਦੇ ਆਧਾਰ ਤੇ ਉਸ ਨੂੰ ਰੋਕਿਆ ਗਿਆ ਅਤੇ ਅਪਾਰਟਮੈਂਟ ਦੀ ਤਲਾਸ਼ੀ ਦੌਰਾਨ ਅਧਿਕਾਰੀਆਂ ਨੇ ਵੱਡੀ ਮਾਤਰਾ 'ਚ ਕੋਕੀਨ ਅਤੇ ਲੱਕੜ ਦੇ ਬਕਸਿਆਂ ਵਿੱਚ ਲੁਕਾ ਕੇ ਰੱਖੀ ਹੋਈ ਕਰੀਬ $3 ਮਿਲੀਅਨ ਦੀ ਨਕਦੀ ਬਰਾਮਦ ਕੀਤੀ। ਇਸ ਬਰਾਮਦਗੀ ਮਗਰੋਂ ਅਧਿਕਾਰੀਆਂ ਨੇ ਰੌਂਡਨ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਤੇ ਇਹ ਸੀ ਹੁਣ ਤੱਕ ਦਾ ਕੈਨੇਡਾ ਬੁਲੇਟਿਨ। ਜਲਦ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਚੋਣ ਦੀਆਂ ਖਬਰਾਂ ਤੇ। ਵਿਦੇਸ਼ੀ ਦਖਲਅੰਦਾਜ਼ੀ ਬਾਰੇ ਜਾਂਚ ਕਮਿਸ਼ਨ ਅੱਗੇ ਪੇਸ਼ ਹੋਣਗੇ ਟਰੂਡੋ। ਜਾਂਚ ਦੀ ਕਾਰਵਾਈ ਬੁੱਧਵਾਰ ਤੋਂ ਸ਼ੁਰੂ ਹੋ ਕੇ 10 ਅਪ੍ਰੈਲ ਤੱਕ ਚੱਲੇਗੀ। ਕੈਨੇਡਾ 'ਚ ਭਾਰਤੀ ਮਕਾਨ ਮਾਲਕ ਮੁੜ ਸੜਕਾਂ ਤੇ ਉਤਰੇ। ਰੈਜ਼ੀਡੈਂਸ਼ੀਅਲ ਰੈਂਟਲ ਲਾਇਸੈਂਸਿੰਗ ਪ੍ਰੋਗਰਾਮ ਦਾ ਵਿਰੋਧ। ਬੈਂਕ ਆਫ ਕੈਨੇਡਾ ਨੂੰ ਇਸ ਸਾਲ ਵਿਆਜ ਦਰਾਂ ਵਿੱਚ ਕਟੌਤੀ ਦੀ ਉਮੀਦ। ਬੈਂਕ ਵੱਲੋਂ ਵਿਆਜ ਦਰਾਂ ਬਾਰੇ ਅਗਲਾ ਐਲਾਨ 10 ਅਪ੍ਰੈਲ ਨੂੰ ਹੋਵੇਗਾ। ਅਤੇ ਫਰਾਂਸੀਸੀ ਸੈਨੇਟ ਨੇ EU ਅਤੇ ਕੈਨੇਡਾ ਵਿਚਕਾਰ ਵਪਾਰਕ ਸੌਦਾ ਕੀਤਾ ਰੱਦ। ਸੌਦੇ ਨੂੰ ਰੱਦ ਕਰਨ ਦੇ ਪੱਖ ਵਿੱਚ 211 ਅਤੇ ਵਿਰੋਧ ਵਿੱਚ 44 ਵੋਟਾਂ ਪਈਆਂ। ਇਸ ਦੇ ਨਾਲ ਹੀ ਕੈਨੇਡਾ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਮੈਨੂੰ ਰਚਨਾ ਸੇਵਕ ਨੂੰ ਦੇ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ TV ਪੰਜਾਬ।